ਸੇਵਾਵਾਂ ਲੈਂਦੇ ਰਹਿਣ। ਇਸੇ ਤਰ੍ਹਾਂ ਇਹਨਾਂ ਨੂੰ ਜੋ ਸੰਗਤ ਦੀਆਂ ਘੜੀਆਂ ਬਖਸ਼ਦੇ ਰਹਿਣ, ਸੰਗਤ ਦਾ ਸਮਾਂ ਬਖਸ਼ਦੇ ਰਹਿਣ, ਜੋ ਇਸੇ ਤਰ੍ਹਾਂ ਹੀ ਸੰਗਤ ਵਿੱਚ ਸੇਵਾਵਾਂ ਨਿਭਾਉਂਦੇ ਰਹਿਣ। ਵਾਹਿਗੁਰੂ ਜੀ ਇਹਨਾਂ ਨੂੰ ਬਲ ਉਦਮ ਬਖਸ਼ਣ। ਆਓ ਸੰਗਤ ਜੀ ਇੱਕ ਸ਼ਬਦ ਨਾਲ ਜੁੜ ਕੇ ਸ਼ਬਦ ਦੀ ਵਿਚਾਰ ਕਰਦੇ ਹਾਂ ਥੋੜਾ ਸਮਾਂ ਹੀ। ਸਾਧ ਸੰਗ ਜੋ ਤੁਮੇ ਮਿਲਾਇਓ ਤੋ ਸੁਣੀ ਤੁਮਾਰੀ ਬਾਣੀ। ਸੋਠ ਮਹੱਲਾ ਪੰਜਵਾਂ। ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੋਰਠ ਰਾਗ ਵਿੱਚ ਇਹ ਸ਼ਬਦ ਉਚਾਰਨ ਕੀਤਾ ਹੈ ਮਹਾਰਾਜ ਜੀ ਨੇ। ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ। ਸਾਧ ਸੰਗ ਜੋ ਤੁਮੇ ਮਿਲਾਇਓ ਤੋ ਸੁਣੀ ਤੁਮਾਰੀ ਬਾਣੀ। ਹੇ ਸਰਵ ਵਿਆਪਕ ਪ੍ਰਭੂ ਕਾਲ ਪੁਰਖ ਵਾਹਿਗੁਰੂ ਜੀਓ, ਜਦੋਂ ਆਪ ਜੀ ਨੇ ਸਾਨੂੰ ਇਹ ਸਾਧ ਸੰਗਤ ਵਿੱਚ ਬੈਠਣ ਦੀ ਸਾਡੇ ਉੱਤੇ ਕਿਰਪਾ ਕੀਤੀ ਹੈ, ਸਾਨੂੰ ਬਿਠਾਇਆ ਹੈ ਅਕਾਲ ਪੁਰਖ ਵਾਹਿਗੁਰੂ ਜੀ ਨੇ, ਅਸੀਂ ਇਸ ਸੰਗਤ ਵਿੱਚ ਬੈਠ ਕੇ ਉਹ ਅਕਾਲ ਪੁਰਖ ਸਾਡੇ ਕੋਲੋਂ ਆਪ ਹੀ ਸੇਵਾਵਾਂ ਨਿਭਾ ਰਹੇ ਹਨ, ਸਾਡੇ ਕੋਲੋਂ ਆਪ ਹੀ ਸੇਵਾਵਾਂ ਲੈ ਰਹੇ ਹਨ। ਸਾਧ ਸੰਗ ਜੋ ਤੁਮੇ ਮਿਲਾਇਓ ਤੋ ਸੁਣੀ ਤੁਮਾਰੀ ਬਾਣੀ, ਕਿ ਇਸ ਸਾਧ ਸੰਗਤ ਵਿੱਚ ਬੈਠ ਕੇ ਹੀ ਸਾਨੂੰ ਉਸ ਅਕਾਲ ਪੁਰਖ ਦਾ ਜੋ ਯਾਦ ਆਉਂਦੀ ਹੈ, ਭਾਵ ਕਿ ਉਸ ਅਕਾਲ ਪੁਰਖ ਵੱਲ ਸਾਡਾ ਜੋ ਮਨ ਹੈ, ਮਨ ਜੋ ਸਾਡੀ ਜੋਤ ਸਰੂਪ ਹੈ, ਇਹ ਮਨ ਸਾਡਾ ਉਸ ਅਕਾਲ ਪੁਰਖ ਵਿੱਚ ਜੁੜਦਾ ਹੈ, ਭਾਵ ਕਿ ਉਸ ਅਕਾਲ ਪੁਰਖ ਦੀ ਹੋਂਦ ਨੂੰ ਪ੍ਰਤੀਤ ਕਰਦਾ ਹੈ ਕਿ ਅਕਾਲ ਪੁਰਖ ਵਾਹਿਗੁਰੂ ਸਰਵ ਵਿਆਪਕ ਹੈ। ਫਿਰ ਇਸ ਮਨ ਨੂੰ ਪ੍ਰਤੀਤ ਹੁੰਦੀ ਹੈ ਜਦੋਂ ਅਸੀਂ ਸਾਧ ਸੰਗਤ ਨਾਲ ਜੁੜਦੇ ਹਾਂ। ਅਨੰਦ ਭਇਆ ਪੇਖਤ ਹੀ ਨਾਨਕ, ਪ੍ਰਤਾਪ ਪੁਰਖ ਨਿਰਵਾਣ। ਹੇ ਨਾਨਕ, ਵਾਸਨਾ ਰਹਿ ਸਰਵ ਵਿਆਪਕ ਪ੍ਰਭੂ ਦਾ ਪ੍ਰਤਾਪ ਵੇਖ ਕੇ, ਉਹ ਅਕਾਲ ਪੁਰਖ ਵਾਹਿਗੁਰੂ ਦਾ ਜੋ ਐਡਾ ਵੱਡਾ ਆਕਾਰ ਵੇਖ ਕੇ, ਤਦੋਂ ਉਸ ਦੇ ਅੰਦਰ ਆਤਮਿਕ ਆਨੰਦ ਪੈਦਾ ਹੁੰਦਾ ਹੈ। ਅਨੰਦ ਪਿਆ ਪੇਖਤ ਹੀ ਨਾਨਕ, ਪ੍ਰਤਾਪ ਪੁਰਖ ਨਿਰਵਾਣ, ਭਾਵ ਕਿ ਉਸ ਅਕਾਲ ਪੁਰਖ ਦੀ ਏਡੀ ਵੱਡੀ ਹੋਂਦ ਵੇਖ ਕੇ, ਅਕਾਲ ਪੁਰਖ ਨੂੰ ਸਰਵ ਵਿਆਪਕ ਵੇਖ ਕੇ ਕਿ ਉਹ ਅਕਾਲ ਪੁਰਖ ਏਡਾ ਵੱਡਾ ਹੈ, ਸਾਰੀ ਸ੍ਰਿਸ਼ਟੀ ਵਿੱਚ ਸਾਰੀ ਸ੍ਰਿਸ਼ਟੀ ਨੂੰ ਆਪ ਸਾਜ ਕੇ ਆਪ ਸਾਰੀ ਸ੍ਰਿਸ਼ਟੀ ਦੀ ਸਾਂਭ ਸੰਭਾਲ ਕਰ ਰਿਹਾ ਹੈ, ਸਾਡੇ ਜੀਵਾਂ ਦੀ ਸਾਂਭ ਸੰਭਾਲ ਕਰ ਰਿਹਾ ਹੈ, ਸਾਰਿਆਂ ਨੂੰ ਰਿਜ਼ਕ ਮਹਾਰਾਜ ਆਪ ਦੇ ਰਹੇ ਹਨ। ਫਿਰ ਐਡੀ ਵੱਡੀ ਅਕਾਲ ਪੁਰਖ ਦੀ ਹੋਂਦ ਵੇਖ ਕੇ ਮਹਾਰਾਜ ਕਹਿੰਦੇ ਹਨ ਕਿ ਸਾਡੇ ਅੰਦਰ ਜੋ ਆਨੰਦ ਉੱਠਦਾ ਹੈ ਉਸ ਅਕਾਲ ਪੁਰਖ ਨੂੰ ਮਿਲਣ ਦਾ, ਸਾਡੇ ਅੰਦਰ ਚਾਉ ਪੈਦਾ ਹੁੰਦਾ ਹੈ, ਭਾਵ ਕਿ ਸਾਡੇ ਅੰਦਰ ਤੜਫ ਪੈਦਾ ਹੁੰਦੀ ਹੈ ਕਿ ਅਸੀਂ ਵੱਧ ਤੋਂ ਵੱਧ ਸਿਮਰਨ ਕਰੀਏ, ਉਸ ਅਕਾਲ ਪੁਰਖ ਦੀ ਹੋਂਦ ਨੂੰ ਜੋ ਆਪਣੀਆਂ ਇਹਨਾਂ ਅੱਖਾਂ ਨਾਲ ਵੇਖ ਸਕੀਏ, ਭਾਵ ਇਸ ਮਨ ਨੂੰ ਉਸ ਅਕਾਲ ਪੁਰਖ ਵਿੱਚ ਹੀ ਸਮਾ ਸਕੀਏ। ਮਾਤ ਗਰਮ ਮੈਂ ਆਪਨ ਸਿਮਰਨ ਦੇ, ਤੈ ਤੁਮ ਰਾਖਣ ਹਾਰੇ। ਹੇ ਸੰਸਾਰ ਸਮੁੰਦਰ ਤੋਂ ਪਾਰ ਲੰਘਾਉਣ ਦੀ ਸਮਰੱਥਾ ਰੱਖਣ ਵਾਲੇ ਅਕਾਲ ਪੁਰਖ ਵਾਹਿਗੁਰੂ ਜੀਓ, ਮਾਂ ਦੇ ਪੇਟ ਵਿੱਚ ਸਾਨੂੰ ਤੂੰ ਆਪਣਾ ਸਿਮਰਨ ਦੇ ਕੇ ਉੱਥੇ ਸਾਡੀ ਰੱਖਿਆ ਕਰਨ ਵਾਲਾ ਹੈ, ਭਾਵ ਕਿ ਅਗਨ ਸਾਗਰ ਵਿੱਚ, ਉੱਥੇ ਮਾਤਾ ਦੇ ਗਰਭ ਵਿੱਚ ਅਗਨ ਵਿੱਚ ਮਹਾਰਾਜ ਸਾਨੂੰ ਆਪ ਸਾਂਭ ਸੰਭਾਲ ਸਾਡੀ ਕਰਦੇ ਸੀ, ਸਾਨੂੰ ਆਪਣੇ ਸਿਮਰਨ ਨਾਲ ਜੋੜ ਕੇ, ਸਾਡੇ ਜੋ ਸੁਰਤੀ ਅਕਾਲ ਪੁਰਖ ਆਪਣੇ ਚਰਨਾਂ ਨਾਲ ਜੋੜ ਕੇ ਸਾਡੀ ਉੱਥੇ ਰੱਖਿਆ ਕਰਦੇ ਹਨ। ਪਾਵਕ ਸਾਗਰ ਅਥਾਹ ਲਹਿਰ ਮੇ ਤਾਰੋ ਤਾਰਨ ਤਾਰੇ। ਹੇ ਅਕਾਲ ਪੁਰਖ ਵਾਹਿਗੁਰੂ ਜੀਓ, ਜੇਕਰ ਤੁਸੀਂ ਸਾਡੀ ਮਾਤਾ ਦੇ ਗਰਭ ਵਿੱਚ ਰੱਖਿਆ ਕੀਤੀ ਹੈ, ਤਾਂ ਸਾਨੂੰ ਜੋ ਇਸ ਸੰਸਾਰ ਵਿੱਚ ਭੇਜਿਆ ਹੈ, ਜਦੋਂ ਤੁਸੀਂ ਇੱਥੇ ਜਿਹੜੇ 5 ਵਿਕਾਰ ਹਨ, 5 ਚੋਰ ਹਨ, ਇਹਨਾਂ ਵਿਕਾਰਾਂ ਦੀ ਅੱਗ ਵਿੱਚੋਂ, ਇਹਨਾਂ ਚੋਰਾਂ ਤੋਂ ਵੀ ਸਾਨੂੰ ਆਪ ਹੀ ਬਚਾਓ। ਪਾਵਕ ਸਾਗਰ ਅਥਾਹ ਲਹਿਰ ਮੇ ਤਾਰੋ ਤਾਰਨ ਹਾਰੇ। ਅੱਗ ਦੇ ਸਮੁੰਦਰ ਦੀਆਂ ਡੂੰਘੀਆਂ ਲਹਿਰਾਂ ਵਿੱਚ ਡਿੱਗੇ ਪਏ ਸਾਨੂੰ ਆਪ ਹੀ ਪਾਰ ਲੰਘਾਓ ਅਕਾਲ ਪੁਰਖ ਵਾਹਿਗੁਰੂ ਜੀਓ। ਇਸ ਜੋ ਭਾਵ ਸਾਗਰ ਵਿੱਚ ਆਪਾਂ ਡੁੱਬੇ ਹੋਏ ਹਾਂ, ਸਾਨੂੰ ਆਪ ਹੀ ਇਸ ਵਿੱਚੋਂ ਕੱਢੋ ਵਾਹਿਗੁਰੂ ਜੀਓ। ਮਾਧੋ ਤੂੰ ਠਾਕੁਰ ਸਿਰ ਮੋਰਾ, ਹੇ ਪ੍ਰਭੂ ਤੂੰ ਮੇਰੇ ਸਿਰ ਉੱਤੇ ਮੇਰਾ ਰਾਖਾ ਹੈ। ਉਹ ਅਕਾਲ ਪੁਰਖ ਹੀ ਸਾਡੇ ਸਾਰੇ ਜੀਵਾਂ ਦਾ ਰਾਖਾ ਹੈ। ਤੂੰ ਮੇਰਾ ਰਾਖਾ ਸਭਨੀ ਥਾਈ, ਤਾਂ ਭਉ ਕਿਹਾ ਕਾੜਾ ਜੀ। ਇਹਾਂ ਉਹਾਂ ਤੁਹਾਰੋ ਤੋਰਾ। ਇਸ ਲੋਕ ਵਿੱਚ ਤੇ ਪਰਲੋਕ ਵਿੱਚ ਸਾਨੂੰ ਸਾਰੇ ਜੀਵਾਂ ਦਾ ਜੋ ਸਹਾਰਾ ਹੈ,
ਆਸਰਾ ਹੈ, ਉਹ ਅਕਾਲ ਪੁਰਖ ਵਾਹਿਗੁਰੂ ਜੀ ਹੀ ਹਨ, ਜੋ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲੇ ਹਨ। ਉਹੀ ਹੀ ਸਾਰਿਆਂ ਦੀ ਸਾਂਭ ਸੰਭਾਲ ਕਰਦੇ ਹਨ। ਸਾਨੂੰ ਜੀਵਾਂ ਨੂੰ ਭੁਲੇਖਾ ਹੈ ਕਿ ਅਸੀਂ ਆਪਣਾ ਟੱਬਰ ਪਾਲ ਰਹੇ ਹਾਂ, ਅਸੀਂ ਕਿਸੇ ਨੂੰ ਆਪਣੇ ਬੱਚੇ ਪਾਲ ਰਹੇ ਹਾਂ ਜਾਂ ਕਿਸੇ ਕਿਸੇ ਦਾ ਕੋਈ ਕੰਮ ਕਰ ਰਹੇ ਹਾਂ। ਪਰ ਨਹੀਂ ਗੁਰਮੁਖ ਪਿਆਰਿਓ, ਉਹ ਅਕਾਲ ਪੁਰਖ ਨੇ ਹੀ ਸਾਡੀ ਸੇਵਾ ਲਗਾਈ ਹੋਈ ਹੈ ਕਿ ਜਿਸ ਤਰ੍ਹਾਂ ਅਕਾਲ ਪੁਰਖ ਸਾਡੇ ਕੋਲ ਸੇਵਾ ਲੈ ਰਹੇ ਹਨ, ਆਪ ਹੀ ਆਪਣੇ ਭਾਣੇ ਵਿੱਚ ਅਕਾਲ ਪੁਰਖ ਸਾਰਿਆਂ ਨੂੰ ਚਲਾ ਰਹੇ ਹਨ। ਸਾਰਿਆਂ ਦੀ ਪਾਲਣਾ ਪੋਸ਼ਣ ਆਪ ਹੀ ਅਕਾਲ ਪੁਰਖ ਵਾਹਿਗੁਰੂ ਜੀ ਕਰ ਰਹੇ ਹਨ। ਇਸ ਕਰਕੇ ਸਾਨੂੰ ਸਾਰਿਆਂ ਨੂੰ ਜੋ ਟੇਕ ਰੱਖਣੀ ਚਾਹੀਦੀ ਹੈ, ਉਹ ਅਕਾਲ ਪੁਰਖ ਵਾਹਿਗੁਰੂ ਜੀ ਤੇ ਹੀ ਰੱਖਣੀ ਚਾਹੀਦੀ ਹੈ। ਆਓ ਅਗਲੀ ਪੰਕਤੀ ਵਿੱਚ ਮਹਾਰਾਜ ਸਮਝਾ ਰਹੇ ਹਨ, ਕੀਤੇ ਕੋ ਮੇਰੇ ਸਮਾਨੇ ਕਰਨਹਾਰ ਤ੍ਰਿਨ ਜਾਣੇ। ਹੇ ਪ੍ਰਭੂ, ਤੇਰੇ ਪੈਦਾ ਕੀਤੇ ਪਦਾਰਥਾਂ ਨੂੰ ਇਹ ਜੇ ਮੇਰੂ ਪਰਬਤ ਜਿਹੜੀਆਂ ਵੱਡੀਆਂ ਸਮਝਦਾ ਹੈ। ਭਾਵ ਕਿ ਜੋ ਦੁਨਿਆਵੀ ਪਦਾਰਥ ਹਨ, ਜਦੋਂ ਸਾਨੂੰ ਪ੍ਰਾਪਤ ਹੋ ਜਾਂਦੇ ਹਨ, ਦੁਨਿਆਵੀ ਸੁੱਖ ਪ੍ਰਾਪਤ ਹੋ ਜਾਂਦੇ ਹਨ, ਤਾਂ ਅਸੀਂ ਜੀਵ ਫੁੱਲਿਆ ਨਹੀਂ ਸਮਾਉਂਦੇ। ਭਾਵ ਕਿ ਹੰਕਾਰ ਵਿੱਚ ਆ ਜਾਂਦੇ ਹਾਂ। ਹੰਕਾਰ ਸਾਡੇ ਤੇ ਹੈਵੀ ਹੋ ਜਾਂਦਾ ਕਿ ਅਸੀਂ ਆਪਣੀ ਮਿਹਨਤ ਨਾਲ ਕਮਾਇਆ ਹੈ, ਪਤਾ ਨਹੀਂ ਸਾਡੇ ਕੋਲ ਕੀ ਆ ਗਿਆ ਕਿ ਅਸੀਂ ਜੇਕਰ ਸਾਨੂੰ ਕੋਈ ਦੁਨਿਆਵੀ ਸੁੱਖ ਮਿਲ ਜਾਂਦੇ ਹਨ, ਭਾਵ ਕਿ ਵਧੀਆ ਬਣ ਜਾਂਦੀ ਹੈ, ਕਾਰਾਂ ਸਾਡੇ ਕੋਲ ਆ ਜਾਂਦੀਆਂ ਹਨ, ਧੀਆਂ ਪੁੱਤਰ ਮਹਾਰਾਜ ਦੇ ਦਿੰਦੇ ਹਨ, ਤਾਂ ਸਾਡੇ ਅੰਦਰ ਹੰਕਾਰ ਪੈਦਾ ਹੋ ਜਾਂਦਾ ਹੈ। ਮਹਾਰਾਜ ਕਹਿੰਦੇ ਕਿ ਉਸ ਅਕਾਲ ਪੁਰਖ ਦੀਆਂ ਦਿੱਤੀਆਂ ਦਾਤਾਂ ਨੂੰ ਅਸੀਂ ਲੈ ਕੇ ਹੰਕਾਰ ਕਰਨ ਲੱਗ ਪੈਂਦੇ ਹਾਂ। ਪਰ ਮਹਾਰਾਜ ਕਹਿੰਦੇ ਹਨ, ਕੀਤੇ ਕੋ ਮੇਰੇ ਸਮਾਨੇ ਕਰਨਹਾਰ ਤਿੰਨ ਜਾਣ। ਪਰ ਤੈਨੂੰ ਜੋ ਤੂੰ ਸਭ ਦਾ ਪੈਦਾ ਕਰਨ ਵਾਲਾ ਹੈ, ਇੱਕ ਤੀਲੇ ਵਰਗਾ ਜਾਣਦਾ। ਭਾਵ ਕਿ ਉਹ ਜੋ ਅਕਾਲ ਪੁਰਖ ਸਾਨੂੰ ਦਾਤਾਂ ਦੇ ਦਿੰਦੇ ਹਨ, ਕੀਮਤੀ ਤੋਂ ਕੀਮਤੀ ਦਾਤਾਂ ਵੀ ਮਹਾਰਾਜ ਸਾਨੂੰ ਦਿੰਦੇ ਹਨ, ਪਰ ਉਹ ਅਕਾਲ ਪੁਰਖ ਲਈ ਬਿਲਕੁਲ ਤੀਲੇ ਦੀ ਨਿਆਈ ਹੈ। ਭਾਵ ਕਿ ਅਸੀਂ ਉਸਨੂੰ ਬਹੁਤ ਵੱਡਾ ਸਮਝ ਲੈਂਦੇ ਹਾਂ, ਪਰ ਸਭ ਤੋਂ ਵੱਡੀ ਦਾਤ ਹੈ ਉਸ ਅਕਾਲ ਪੁਰਖ ਦਾ ਸਿਮਰਨ। ਜਿਸ ਕੋਲ ਉਸ ਅਕਾਲ ਪੁਰਖ ਦਾ ਸਿਮਰਨ ਹੈ, ਜਿਸ ਦੇ ਹਿਰਦੇ ਵਿੱਚ ਅਕਾਲ ਪੁਰਖ ਦੇ ਸਿਮਰਨ ਦਾ ਟਿਕਾ ਹੈ, ਜਿਸ ਦੇ ਅੰਦਰ ਸਹਿਜ ਆ ਜਾਂਦਾ ਹੈ, ਸਬਰ ਆ ਜਾਂਦਾ ਹੈ, ਸੰਤੋਖ ਆ ਜਾਂਦਾ ਹੈ ਨਾ, ਸਭ ਤੋਂ ਵੱਡਾ ਜੋ ਦਾਤ ਹੈ ਅਕਾਲ ਪੁਰਖ ਵਾਹਿਗੁਰੂ ਦੇ ਘਰ ਦੀ, ਇਹੀ ਦਾਤ ਹੈ, ਸਬਰ ਸੰਤੋਖ ਤੇ ਸਿਮਰਨ। ਤੂੰ ਦਾਤਾ ਮੰਗਣ ਕੋ ਸਗਲੀ, ਦਾਨ ਦੇਹ ਪ੍ਰਭ ਭਾਨੇ। ਹੇ ਪ੍ਰਭੂ, ਤੂੰ ਸਭ ਦਾਤਾਂ ਦੇਣ ਵਾਲਾ ਹੈ, ਸਾਰੀ ਲੁਕਾਈ ਤੇਰੇ ਹੀ ਦਰ ਤੋਂ ਮੰਗਣ ਵਾਲੀ ਹੈ। ਤੂੰ ਆਪਣੀ ਰਜਾ ਵਿੱਚ ਸਭ ਨੂੰ ਦਾਨ ਦਿੰਦਾ ਹੈ। ਭਾਵ ਕਿ ਉਹ ਅਕਾਲ ਪੁਰਖ ਦੇ ਸਾਨੂੰ ਦਿੰਦਾ ਹੀ ਆ ਰਿਹਾ, ਜੁਗਾ ਜਗੰਤਰਾਂ ਤੋਂ ਅਸੀਂ ਉਸ ਅਕਾਲ ਪੁਰਖ ਤੋਂ ਲੈਂਦੇ ਹੀ ਆ ਰਹੇ ਹਾਂ। ਜੁਗਾ ਜਗੰਤਰਾਂ ਤੋਂ ਉਸ ਅਕਾਲ ਪੁਰਖ ਤੋਂ ਲੈ ਕੇ ਵਰਤ ਰਹੇ ਹਾਂ, ਖਾ ਰਹੇ ਹਾਂ। ਉਹ ਮਹਾਰਾਜ ਸਾਨੂੰ ਦਿੰਦੇ ਨਹੀਂ ਥੱਕਦੇ, ਪਰ ਅਸੀਂ ਲੈਂਦੇ ਥੱਕ ਜਾਂਦੇ। ਖਿਨ ਮੈਂ ਅਵਰ ਖਿਨੇ ਮੈਂ ਅਵਰਾ, ਅਚਰਜ ਚਲਤ ਤੁਮਾਰੇ। ਹੇ ਪ੍ਰਭੂ, ਤੇਰੇ ਕੌਤਕ ਹੈਰਾਨ ਕਰਨ ਦੇਣ ਵਾਲੇ ਹਨ। ਭਾਵ ਕਿ ਅਕਾਲ ਪੁਰਖ ਵਾਹਿਗੁਰੂ ਜੀ ਦੇ ਏਡੇ ਵੱਡੇ ਕੌਤਕ ਹਨ। ਇੱਕ ਛਿਨ ਵਿੱਚ ਤੂੰ ਕੁੱਝ ਦਾ ਕੁੱਝ ਬਣਾ ਦਿੰਦਾ ਹੈ। ਭਾਵ ਕਿ ਇੱਕ ਛਿਨ ਵਿੱਚ ਤੂੰ ਜੋ ਭਿਖਾਰੀ ਹੁੰਦਾ ਹੈ, ਉਸ ਨੂੰ ਰਾਜਾ ਬਣਾ ਦਿੰਦਾ ਹੈ, ਤੇ ਜੋ ਤਖ਼ਤਾਂ ਉੱਤੇ ਬੈਠਾ ਰਾਜਾ ਹੈ, ਸਿੰਘਾਸਨਾਂ ਤੇ ਬੈਠਾ, ਜੋ ਕਈਆਂ ਯੁੱਗਾਂ ਤੋਂ ਰਾਜ ਕਰ ਰਿਹਾ ਹੁੰਦਾ ਹੈ, ਉਸ ਨੂੰ ਤੂੰ ਛਿਨ ਵਿੱਚ ਭਿਖਾਰੀ ਬਣਾ ਦਿੰਦਾ ਹੈ। ਇਸ ਕਰਕੇ ਉਸ ਅਕਾਲ ਪੁਰਖ ਦੇ ਕੌਤਕ ਨਿਆਰੇ ਹਨ, ਬਹੁਤ ਵੱਡੇ ਹਨ। ਉਸ ਅਕਾਲ ਪੁਰਖ ਨੂੰ ਅਸੀਂ ਜੀਵ ਸਾਡੀ ਇੰਨੀ ਸਮਰੱਥਾ ਨਹੀਂ ਕਿ ਅਸੀਂ ਉਸ ਅਕਾਲ ਪੁਰਖ ਦੇ ਕੌਤਕਾਂ ਨੂੰ ਸਮਝ ਸਕੀਏ। ਉਹ ਅਕਾਲ ਪੁਰਖ ਤਾਂ ਸਾਡੀ ਸੋਚ ਤੋਂ ਬਹੁਤ ਵੱਡਾ ਹੈ। ਭਾਵ ਕਿ ਹਰ ਸਮਰੱਥਾ ਹੈ ਅਕਾਲ ਪੁਰਖ ਵਾਹਿਗੁਰੂ ਜੀ ਕੋ। ਜੋ ਉਸ ਅਕਾਲ ਪੁਰਖ ਨੂੰ ਭਾਉਂਦਾ ਹੈ, ਅਕਾਲ ਪੁਰਖ ਵਾਹਿਗੁਰੂ ਜੀ ਕਿਸੇ ਦੇ ਮੁਹਤਾਜ ਨਹੀਂ ਹੈ। ਭਾਵ ਕਿ ਅਕਾਲ ਪੁਰਖ ਵਾਹਿਗੁਰੂ ਜੀ ਦਾ ਕੋਈ ਸ਼ਰੀਕ ਨਹੀਂ ਹੈ, ਕੋਈ ਸਲਾਹਕਾਰ ਨਹੀਂ ਹੈ, ਜਿਸ ਕੋਲੋਂ ਅਕਾਲ ਪੁਰਖ ਵਾਹਿਗੁਰੂ ਜੀ ਨੇ ਕੋਈ ਸਲਾਹ ਲੈਣੀ ਹੈ। ਜੋ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਭਾਉਂਦਾ ਹੈ, ਉਹੀ ਅਕਾਲ ਪੁਰਖ ਵਾਹਿਗੁਰੂ ਜੀ ਕਰਦੇ ਹਨ। ਜੋ ਉਹਨਾਂ ਨੂੰ ਚੰਗਾ ਲੱਗਦਾ ਹੈ, ਉਹੀ ਹੁੰਦਾ ਹੈ। ਜੋ ਅਕਾਲ ਪੁਰਖ ਵਾਹਿਗੁਰੂ ਜੀ ਕਰਦੇ ਹਨ, ਉਹ ਚੰਗਾ ਹੀ ਹੈ। ਭਾਵ ਕਿ ਉਹ ਸਭ ਕੁਛ ਅਕਾਲ ਪੁਰਖ ਸਾਰਿਆਂ ਦਾ ਸੋਚ ਕੇ ਸਾਰਿਆਂ ਦਾ ਭਲਾ ਹੀ ਕਰਦੇ ਹਨ। ਆਓ ਅਗਲੀ ਪੰਕਤੀ ਨਾਲ ਜੁੜਦੇ ਹਾਂ। ਰੂੜੋ ਗੂੜੋ ਗਹਿਰ ਗੰਭੀਰੋ, ਉੱਚੋ ਅਗਮ ਅਪਾਰੇ। ਹੇ ਅਕਾਲ ਪੁਰਖ ਵਾਹਿਗੁਰੂ ਜੀਓ, ਬੇਅੰਤ ਸੁਆਮੀ,
ਤੂੰ ਸਭ ਤੋਂ ਉੱਚਾ ਹੈ, ਤੂੰ ਸੋਹਣਾ ਹੈ, ਤੂੰ ਵੱਡੇ ਜਿਗਰੇ ਵਾਲਾ ਹੈ, ਤੂੰ ਸਾਰੇ ਸੰਸਾਰ ਵਿੱਚ ਗੁਪਤ ਵਸ ਰਿਹਾ ਹੈ। ਉਹ ਅਕਾਲ ਪੁਰਖ ਵਾਹਿਗੁਰੂ ਜੀ ਦੀ ਹੋਂਦ ਕਣ ਕਣ ਵਿੱਚ ਹੈ। ਭਾਵ ਕਿ ਮਿੱਟੀ ਦੀ ਜੋ ਛੋਟੀ ਧੂਲ ਹੁੰਦੀ ਹੈ ਨਾ, ਉਸ ਤੋਂ ਲੈ ਕੇ ਪਹਾੜ, ਵੱਡੇ ਵੱਡੇ ਪਹਾੜਾਂ, ਵੱਡੀਆਂ ਤੋਂ ਵੱਡੀਆਂ ਹਸਤੀਆਂ ਵਿੱਚ ਅਕਾਲ ਪੁਰਖ ਵਾਹਿਗੁਰੂ ਜੀ ਦਾ ਵਾਸਾ ਹੈ। ਸਾਰੇ ਬੰਨੇ ਜਿੱਧਰ ਸਾਡੇ ਜੀਵਾਂ ਦੀ ਦ੍ਰਿਸ਼ਟੀ ਪੈਂਦੀ ਹੈ, ਜਿੱਧਰ ਜਿੱਧਰ ਅਸੀਂ ਦੇਖ ਸਕਦੇ ਹਾਂ, ਭਾਵ ਕਿ ਘੁੰਮ ਸਕਦੇ ਹਾਂ ਚਾਰੇ ਦਿਸ਼ਾਵਾਂ ਵਿੱਚ, ਚਾਰੇ ਪਾਸੇ ਉਹ ਅਕਾਲ ਪੁਰਖ ਦੀ ਹੋਂਦ ਹੈ। ਬਸ ਸਾਡੀਆਂ ਇੰਨੀਆਂ ਅੱਖਾਂ ਨਹੀਂ ਹਨ ਕਿ ਅਸੀਂ ਉਸ ਅਕਾਲ ਪੁਰਖ ਨੂੰ ਮਹਿਸੂਸ ਕਰ ਸਕੀਏ। ਜਿਹੜੇ ਗੁਰਮੁਖ ਪਿਆਰੇ ਉਸ ਅਕਾਲ ਪੁਰਖ ਦੇ ਰੰਗ ਵਿੱਚ ਰੰਗੇ ਹੋਏ ਹਨ, ਉਸ ਅਕਾਲ ਪੁਰਖ ਦਾ ਸਿਮਰਨ ਆਪਣੇ ਹਿਰਦੇ ਵਿੱਚ ਵਸਾਈ ਬੈਠੇ ਹਨ, ਜਿਨ੍ਹਾਂ ਨੂੰ ਇਹ ਸੋਝੀ ਆਈ ਹੈ ਅਕਾਲ ਪੁਰਖ ਦਾ ਸਿਮਰਨ ਕਰਕੇ, ਉਹਨਾਂ ਨੂੰ ਫਿਰ ਇਹ ਮਹਿਸੂਸ ਹੁੰਦਾ ਹੈ ਕਿ ਅਕਾਲ ਪੁਰਖ ਤਾਂ ਜਰੇ ਜਰੇ ਵਿੱਚ ਵਸਦਾ ਹੈ, ਅਕਾਲ ਪੁਰਖ ਤਾਂ ਹਰ ਜਗ੍ਹਾ ਵਿੱਚ ਵਸ ਰਿਹਾ ਹੈ। ਫਿਰ ਅਸੀਂ ਜਦੋਂ ਇਸ ਅਕਾਲ ਪੁਰਖ ਨੂੰ ਹਰ ਵੇਲੇ ਹਾਜ਼ਰ ਨਾਜ਼ਰ ਸਮਝਦੇ ਹਾਂ, ਭਾਵ ਕਿ ਅੰਗ ਸੰਗ ਸਮਝਦੇ ਹਾਂ ਨਾ, ਫਿਰ ਅਸੀਂ ਜੋ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਅਸੀਂ ਕਹਿੰਦੇ ਹਾਂ ਨਾ, ਫਿਰ ਇਹਨਾਂ ਚੀਜ਼ਾਂ ਤੋਂ ਉੱਪਰ ਉੱਠਦੇ ਹਾਂ। ਫਿਰ ਇਹ ਚੀਜ਼ਾਂ ਪਿੱਛੇ ਰਹਿ ਜਾਂਦੀਆਂ ਹਨ। ਫਿਰ ਸਾਨੂੰ ਉਸ ਅਕਾਲ ਪੁਰਖ ਵਾਹਿਗੁਰੂ ਜੀ ਦਾ ਭਉ ਆ ਜਾਂਦਾ ਹੈ। ਪਹਿਲਾਂ ਸਾਨੂੰ ਉਸ ਅਕਾਲ ਪੁਰਖ ਤੋਂ ਡਰਨਾ ਚਾਹੀਦਾ ਹੈ, ਫਿਰ ਭਾਉ ਪੈਦਾ ਕਰਨਾ ਹੈ ਆਪਣੇ ਅੰਦਰ। ਪਹਿਲਾਂ ਭਉ ਤੇ ਫਿਰ ਭਾਉ। ਭਾਉ ਦਾ ਮਤਲਬ ਕਿ ਪਿਆਰ। ਪਹਿਲਾਂ ਉਸ ਅਕਾਲ ਪੁਰਖ ਦਾ ਡਰ ਪੈਦਾ ਕਰਨਾ ਹੈ ਕਿ ਭਾਵ ਕਿ ਉਹ ਅਕਾਲ ਪੁਰਖ ਸਦਾ ਸਾਡੇ ਅੰਗ ਸੰਗ ਹੈ, ਉਹ ਸਾਨੂੰ ਦੇਖ ਰਿਹਾ ਹੈ। ਜੇਕਰ ਅਸੀਂ ਮਾੜੇ ਕੰਮ ਕਰ ਰਹੇ ਹਾਂ ਤਾਂ ਉਹ ਵੀ ਸਾਨੂੰ ਦੇਖ ਰਹੇ ਹਨ, ਅਕਾਲ ਪੁਰਖ ਵਾਹਿਗੁਰੂ ਜੀ। ਜੇਕਰ ਅਸੀਂ ਚੰਗੇ ਕੰਮ ਕਰ ਰਹੇ ਹਾਂ, ਧਰਮ ਦੇ ਕੰਮ ਕਰ ਰਹੇ ਹਾਂ, ਧਰਮ ਦੀ ਕਿਰਤ ਕਰਦੇ ਹਾਂ, ਤੇ ਉਹ ਵੀ ਅਕਾਲ ਪੁਰਖ ਦੇ ਲੇਖੇ ਵਿੱਚ ਹੈ, ਭਾਵ ਕਿ ਉਸ ਦਾ ਵੀ ਸਾਨੂੰ ਲੇਖਾ ਦੇਣਾ ਪੈਣਾ। ਜੇਕਰ ਅਸੀਂ ਚੰਗੇ ਕੰਮ ਕਰਾਂਗੇ ਉਸ ਦਾ ਲੇਖਾ ਚੰਗਾ ਹੈ, ਜੇ ਮਾੜੇ ਕਰਾਂਗੇ ਤਾਂ ਮਾੜਾ ਹੈ। ਜਦੋਂ ਸਾਨੂੰ ਇਹ ਪ੍ਰਤੀਤ ਹੋ ਜਾਂਦੀ ਹੈ ਕਿ ਅਕਾਲ ਪੁਰਖ ਵਾਹਿਗੁਰੂ ਜੀ ਸਾਨੂੰ ਦੇਖ ਰਹੇ ਹਨ, ਫਿਰ ਅਸੀਂ ਕਿਸੇ ਦਾ ਮਾੜਾ ਨਹੀਂ ਸੋਚਾਂਗੇ, ਫਿਰ ਅਸੀਂ ਗਲਤ ਕੰਮਾਂ ਤੋਂ ਸੰਕੋਚ ਕਰਾਂਗੇ, ਭਾਵ ਕਿ ਧਰਮੀ ਕਿਰਤ ਹੀ ਕਰਾਂਗੇ। ਆਓ ਲਾਸਟ ਪੰਕਤੀ ਫਿਰ ਪੜ੍ਹ ਕੇ ਫਿਰ ਸਮਾਪਤੀ ਕਰਦੇ ਹਾਂ। ਸਭ ਤੋਂ ਉੱਤਮ ਹੈ ਜੋ ਉਹ ਸਾਧ ਸੰਗਤ ਹੈ, ਅਕਾਲ ਪੁਰਖ ਵਾਹਿਗੁਰੂ ਜੀ ਨੇ ਕਿਹਾ ਹੈ ਕਿ ਵਿੱਚ ਸੰਗਤ ਹਰ ਪ੍ਰਭ ਵਾਹਿਗੁਰੂ ਜੀ ਦਾ ਵਾਸਾ ਕਿੱਥੇ ਹੁੰਦਾ? ਉਹ ਅਕਾਲ ਪੁਰਖ ਵਾਹਿਗੁਰੂ ਜੀ ਸਾਡੇ ਸੰਗਤਾਂ ਵਿੱਚ ਹੀ ਵਸਦੇ ਹਨ। ਜਦੋਂ ਅਸੀਂ ਸੰਗਤ ਵਿੱਚ ਬੈਠ ਕੇ ਰਲ ਮਿਲ ਕੇ ਉਸ ਅਕਾਲ ਪੁਰਖ ਦੇ ਗੁਣ ਗਾਇਨ ਕਰਦੇ ਹਾਂ, ਉਸ ਅਕਾਲ ਪੁਰਖ ਦੀ ਸਿਫਤ ਸਲਾਹ ਕਰਦੇ ਹਾਂ, ਜਿਸ ਤਰ੍ਹਾਂ ਐਪ 'ਤੇ ਜੁੜ ਕੇ ਆਪ ਸਰਬੱਤ ਸੰਗਤਾਂ ਰੱਬ ਰੂਪੀ ਸਾਧ ਸੰਗਤ ਹੋ, ਆਪ ਸਾਰਿਆਂ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਜੀ ਦੀ ਜੋਤ ਹੈ। ਅਕਾਲ ਪੁਰਖ ਵਾਹਿਗੁਰੂ ਜੀ ਆਪ ਜੀ ਦੇ ਵਿੱਚ ਹੀ ਵਿਚਰਦੇ ਹਨ। ਜਦੋਂ ਆਪ ਇਸ ਐਪ ਵਿੱਚ ਜੁੜ ਕੇ ਸੰਗਤ ਕਰਦੇ ਹੋ, ਵਿੱਚ ਸੰਗਤ ਹਰ ਪ੍ਰਭ ਵਸੇ ਜੀ। ਅਕਾਲ ਪੁਰਖ ਵਾਹਿਗੁਰੂ ਜੀ ਸੰਗਤ ਵਿੱਚ ਹੀ ਵਸਦੇ ਹਨ। ਫਿਰ ਇਸ ਸੰਗਤ ਵਿੱਚ ਬੈਠ ਕੇ ਹੀ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀਆਂ ਸਿਫਤ ਸਲਾਹਾਂ ਕਰਕੇ, ਉਸ ਵੱਡੇ ਨੂੰ ਵੱਡਾ ਵੱਡਾ ਕਹਿ ਕੇ, ਉਸ ਵੱਡੇ ਦੇ ਗੁਣ ਜੋ ਕਿਨਕਾ ਸਮਾਨ ਵੀ ਸਾਡੇ ਅੰਦਰ ਆ ਜਾਣ ਨਾ, ਤਾਂ ਸਾਡਾ ਜੋ ਜੀਵਨ ਤਬਦੀਲ ਹੋ ਜਾਂਦਾ ਹੈ। ਭਾਵ ਕਿ ਉਹ ਅਕਾਲ ਪੁਰਖ ਤਾਂ ਐਡਾ ਵੱਡਾ ਹੈ ਕਿ ਉਸ ਦੇ ਬੇਅੰਤ ਗੁਣ ਹਨ। ਬੇਅੰਤਾ ਬੇਅੰਤ ਗੁਣ ਤੇਰੇ ਕਿਤਕ ਗਾਵਾਂ ਰਾਮ। ਤੇਰੇ ਤੇ ਅਕਾਲ ਪੁਰਖ ਵਾਹਿਗੁਰੂ ਜੀ ਇੰਨੇ ਗੁਣ ਹਨ, ਅਸੀਂ ਤਾਂ ਸਾਡੀ ਜਿਹਬਾ ਹੀ ਇੱਕ ਹੈ, ਅਸੀਂ ਆਪਣੀ ਇੱਕ ਜੇਬ ਨਾਲ ਕਿਸ ਤਰ੍ਹਾਂ ਤੇਰੇ ਗੁਣ ਗਾ ਸਕਦੇ। ਜੇਕਰ ਸਾਨੂੰ ਕਰੋੜਾਂ ਜੀਬਾਂ ਵੀ ਮਿਲ ਜਾਣ ਤਾਂ ਵੀ ਅਸੀਂ ਉਸ ਅਕਾਲ ਪੁਰਖ ਦੇ ਗੁਣ ਬਿਆਨ ਨਹੀਂ ਕਰ ਸਕਦੇ। ਸੋ ਸਭ ਤੋਂ ਉੱਤਮ ਹੈ ਜੋ ਸਾਧ ਸੰਗਤ ਹੈ, ਜਿਸ ਵਿੱਚ ਅਕਾਲ ਪੁਰਖ ਵਾਹਿਗੁਰੂ ਜੀ ਦਾ ਵਾਸਾ ਹੈ। ਸਾਧ ਸੰਗਤ ਕਰਕੇ ਹੀ ਇਸ ਭਵਜਲ ਸਾਗਰ ਤੋਂ, ਜੋ ਸੰਸਾਰ ਸਾਗਰ ਤੋਂ ਤਰਿਆ ਜਾ ਸਕਦਾ ਹੈ, ਉਸ ਅਕਾਲ ਪੁਰਖ ਦੀ ਪ੍ਰਤੀਤ ਹੋ ਸਕਦੀ ਹੈ। ਸਾਧ ਸੰਗਤ ਵਿੱਚੋਂ ਹੀ ਸਾਰੇ ਸੁੱਖ ਪ੍ਰਾਪਤ ਹੁੰਦੇ ਹਨ। ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ, ਦੇਹੋ ਨਾਮ ਸੰਤੋਖੀਆ, ਉਤਰੇ ਮਨ ਕੀ ਭੁੱਖ। ਸਾਧ ਸੰਗਤ ਵਿੱਚ ਬੈਠ ਕੇ ਸਾਨੂੰ ਇਹ ਸੋਝੀ ਆਉਂਦੀ ਹੈ ਕਿ ਜੋ ਇਹ ਦੁਨਿਆਵੀ ਪਦਾਰਥ ਹਨ, ਇਹ ਤਾਂ ਨਾਸ਼ਵੰਤ ਹਨ। ਭਾਵ ਕਿ ਜਿਸ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਜੀ ਦੇ ਘਰ ਵਿੱਚ ਇਹ ਜੋ ਦੁਨਿਆਵੀ ਪਦਾਰਥਾਂ ਦੀ ਕੋਈ ਵੈਲਿਊ ਨਹੀਂ ਨਾ, ਜਦੋਂ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਿਮਰਨ ਕਰਦੇ ਹਾਂ,
ਉਸ ਅਕਾਲ ਪੁਰਖ ਦੀ ਸੰਗਤ ਵਿੱਚ ਬੈਠਦੇ ਹਾਂ, ਗੁਰਮੁਖਾਂ ਦੀ ਸੰਗਤ ਵਿੱਚ ਬੈਠਦੇ ਹਾਂ, ਜਿੱਥੇ ਉਸ ਅਕਾਲ ਪੁਰਖ ਦੀ ਸਿਫਤ ਸਲਾਹ ਹੁੰਦੀ ਹੈ, ਅਕਾਲ ਪੁਰਖ ਦਾ ਸਿਮਰਨ ਹੁੰਦਾ ਹੈ, ਫਿਰ ਹੀ ਸਾਨੂੰ ਇਹ ਸਮਝ ਆਉਂਦੀ ਹੈ ਕਿ ਜੇਕਰ ਇਹ ਪਦਾਰਥ ਜੋ ਦੁਨਿਆਵੀ ਪਦਾਰਥ ਹੈ, ਦੁਨਿਆਵੀ ਮਾਇਆ ਹੈ, ਇਸ ਦਾ ਤਾਂ ਅਕਾਲ ਪੁਰਖ ਦੇ ਘਰ ਵਿੱਚ ਕੋਈ ਮੁੱਲ ਹੀ ਨਹੀਂ। ਭਾਵ ਕਿ ਇੱਕ ਤੀਲੇ ਦੇ ਸਮਾਨ ਹੈ, ਕੱਖਾਂ ਦੇ ਸਮਾਨ ਹੈ। ਫਿਰ ਇਸ ਜੋ ਜੀਵ ਦੀ ਦੌੜ ਦੁਨਿਆਵੀ ਧੰਦਿਆਂ ਵਿੱਚੋਂ ਘਟਦੀ ਹੈ ਤੇ ਉਸ ਅਕਾਲ ਪੁਰਖ ਦਾ ਧਨ ਇਕੱਠਾ ਕਰਨ ਵਿੱਚ ਵੱਧ ਜਾਂਦੀ ਹੈ। ਭਾਵ ਕਿ ਉਸ ਅਕਾਲ ਪੁਰਖ ਦਾ ਸਿਮਰਨ, ਸੰਗਤ ਕਰਨੀ, ਵੱਧ ਤੋਂ ਵੱਧ ਸੰਗਤ ਵਿੱਚ ਬੈਠ ਕੇ ਧਰਮੀ ਗੁਣ ਅਪਣਾਉਣੇ, ਜੋ ਚੰਗੇ ਗੁਣ ਲੈਣੇ, ਕਿਸੇ ਦੇ ਔਗਣ ਨਹੀਂ ਚਿਤਾਰਨੇ, ਹਰ ਇੱਕ ਵਿੱਚ ਔਗੁਣ ਵੇਖਣੇ। ਭਾਵ ਕਿ ਹਰ ਇੱਕ ਦੇ ਵਿੱਚ ਕੋਈ ਨਾ ਕੋਈ ਪ੍ਰਮਾਤਮਾ ਜੀ ਨੇ ਗੁਣ ਪਾਇਆ ਹੁੰਦਾ ਹੈ। ਕੋਈ ਐਸਾ ਜੀਵ ਨਹੀਂ ਹੈ ਜਿਸ ਵਿੱਚ ਕੋਈ ਗੁਣ ਨਾ ਹੋਵੇ। ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਅਕਾਲ ਪੁਰਖ ਜੀ ਨੇ ਸਾਰਿਆਂ ਦੇ ਵਿੱਚ ਕੋਈ ਨਾ ਕੋਈ ਗੁਣ ਤਾਂ ਜ਼ਰੂਰ ਪਾਇਆ ਹੁੰਦਾ ਹੈ। ਔਗਣ ਵੀ ਬੜੇ ਹੁੰਦੇ ਹਨ ਸਾਡੇ ਜੀਵਾਂ ਵਿੱਚ, ਕਿਉਂਕਿ ਅਸੀਂ ਕਲਯੁਗੀ ਜੀਵ। ਜੇਕਰ ਸਾਡੇ ਅੰਦਰ 100 ਦਾ ਅੰਕੜਾ ਹੈ ਤਾਂ 99 ਔਗਣ ਹੋ ਸਕਦੇ ਹਨ, ਪਰ ਇੱਕ ਗੁਣ ਪ੍ਰਮਾਤਮਾ ਅਕਾਲ ਪੁਰਖ ਜੀ ਨੇ ਜ਼ਰੂਰ ਸਾਡੇ ਅੰਦਰ ਰੱਖਿਆ ਹੁੰਦਾ ਹੈ। ਉਹ ਇੱਕ ਗੁਣ ਹੀ ਸਾਡੇ 99 ਔਗਣਾਂ ਨੂੰ ਪਿੱਛੇ ਕਰਕੇ ਸਾਨੂੰ ਉਸ ਅਕਾਲ ਪੁਰਖ ਦੀ ਯਾਦ ਦਿਵਾਉਂਦਾ ਹੈ, ਸਾਨੂੰ ਉਸ ਅਕਾਲ ਪੁਰਖ ਦੀ ਸੰਗਤ ਵਿੱਚ ਬੈਠਣ ਦੀ ਪ੍ਰੇਰਦਾ ਹੈ। ਉਹੀ ਸਾਨੂੰ ਸੋਝੀ ਦਿੰਦਾ ਹੈ ਕਿ ਕਿਹੜਾ ਕੰਮ ਚੰਗਾ ਹੈ, ਕਿਹੜਾ ਮਾੜਾ ਹੈ। ਇਸ ਕਰਕੇ ਉਸ ਅਕਾਲ ਪੁਰਖ ਦਾ ਸਿਮਰਨ ਵੱਧ ਤੋਂ ਵੱਧ ਕਰਨਾ ਚਾਹੀਦਾ ਹੈ। ਵੱਧ ਤੋਂ ਵੱਧ ਉਸ ਅਕਾਲ ਪੁਰਖ ਦੇ ਜਿੱਥੇ ਸਿਮਰਨ ਹੁੰਦਾ ਹੈ, ਜਿੱਥੇ ਉਸ ਅਕਾਲ ਪੁਰਖ ਦੀ ਸਿਫਤ ਸਲਾਹ ਹੁੰਦੀ ਹੈ, ਬੰਦਗੀ ਹੁੰਦੀ ਹੈ, ਉਸ ਵਿੱਚ ਵੱਧ ਤੋਂ ਵੱਧ ਸਾਧ ਸੰਗਤ ਵਿੱਚ ਬੈਠਣਾ ਚਾਹੀਦਾ ਹੈ। ਸਾਧ ਸੰਗਤ ਨੂੰ ਹੀ ਮਹਾਰਾਜ ਨੇ ਸਭ ਤੋਂ ਉੱਤਮ ਦਰਜਾ ਦਿੱਤਾ ਹੈ। ਸਾਧ ਸੰਗਤ ਵਿੱਚ ਬੈਠ ਕੇ ਹੀ ਇਸ ਭਵਜਲ ਸਾਗਰ ਸੰਸਾਰ ਨੂੰ ਤਰਿਆ ਜਾ ਸਕਦਾ ਹੈ। ਨਹੀਂ ਤਾਂ ਅਸੀਂ ਕਲਯੁਗੀ ਜੀਵ ਹਾਂ, ਆਪਣੇ ਦੁਨਿਆਵੀ ਧੰਦਿਆਂ ਵਿੱਚ ਹੀ ਫਸੇ ਰਵਾਂਗੇ। ਭਵਜਲ ਸੰਸਾਰ ਤੋਂ ਨਹੀਂ ਤਰਿਆ ਜਾ ਸਕਦਾ, ਭਾਵ ਕਿ ਅਸੀਂ ਤਰ ਨਹੀਂ ਸਕਦੇ। ਇਹ ਜੋ ਕਲਯੁਗ ਹੈ, ਕਲਯੁਗ ਦਾ ਘੋਰ ਸਮਾਂ ਚੱਲ ਰਿਹਾ ਨਾ, ਜਦੋਂ ਅਸੀਂ ਆਪਣੀ ਸੁਰਤੀ ਦੁਨਿਆਵੀ ਧੰਦਿਆਂ ਵਿੱਚ ਹੀ ਫਸਾ ਕੇ ਬੈਠ ਜਾਂਦੇ ਹਾਂ, ਉਸ ਅਕਾਲ ਪੁਰਖ ਤੋਂ ਦੂਰ ਹੋ ਜਾਂਦੇ ਹਾਂ, ਜਾਂ ਫਿਰ ਸਾਨੂੰ ਉਸ ਅਕਾਲ ਪੁਰਖ ਤੋਂ ਦੂਰ ਹੁੰਦੇ ਹੁੰਦੇ ਕਾਫੀ ਦੂਰ ਹੋ ਕੇ ਉਸ ਅਕਾਲ ਪੁਰਖ ਤੋਂ ਟੁੱਟ ਹੀ ਜਾਂਦੇ ਹਨ। ਭਾਵ ਕਿ ਉਸ ਅਕਾਲ ਪੁਰਖ ਦੀ ਯਾਦ ਨੂੰ ਆਪਣੇ ਹਿਰਦੇ ਵਿੱਚੋਂ ਵਿਸਾਰ ਹੀ ਦਿੰਦੇ ਹਨ। ਸਾਡੇ ਫਿਰ ਹਿਰਦੇ ਵਿੱਚ ਮੈਲ ਹੀ ਮੈਲ ਭਰ ਜਾਂਦੀ ਹੈ। ਭਾਵ ਕਿ ਮਾੜਾ ਸੋਚਦੇ ਹਾਂ, ਹਰ ਇੱਕ ਦਾ ਮਾੜਾ ਸੋਚਦੇ ਹਾਂ, ਆਪਣੇ ਅੰਦਰ ਸਿਰਫ ਮਾੜੇ ਕਰਮ ਹੀ ਸਾਡੇ ਕੋਲ ਹੁੰਦੇ ਹਨ। ਪਰ ਜਦੋਂ ਅਸੀਂ ਉਸ ਅਕਾਲ ਪੁਰਖ ਦਾ ਸਿਮਰਨ ਕਰਦੇ ਹਾਂ, ਉਸ ਅਕਾਲ ਪੁਰਖ ਦੀ ਬਾਣੀ ਪੜ੍ਹਦੇ ਹਾਂ, ਬਾਣੀ ਨੂੰ ਵਿਚਾਰਦੇ ਹਾਂ, ਤਾਂ ਫਿਰ ਸਾਡੇ ਅੰਦਰ ਜੋ ਸ਼ੁਭ ਗੁਣ ਪੈਦਾ ਹੁੰਦੇ ਹਨ। ਭਾਵ ਕਿ ਫਿਰ ਸਾਡੇ ਅੰਦਰ ਇਹ ਸਾਨੂੰ ਸੋਝੀ ਆਉਂਦੀ ਹੈ ਕਿ ਅਕਾਲ ਪੁਰਖ ਵਾਹਿਗੁਰੂ ਜੀ ਨੇ ਸਾਨੂੰ ਕਿਸੇ ਦਾ ਮਾੜਾ ਕਰਨ ਲਈ ਨਹੀਂ ਭੇਜਿਆ, ਸਾਨੂੰ ਸਾਰਿਆਂ ਨਾਲ ਰਲ ਮਿਲ ਕੇ ਪਿਆਰ ਨਾਲ ਰਹਿਣ ਲਈ ਅਕਾਲ ਪੁਰਖ ਵਾਹਿਗੁਰੂ ਜੀ ਨੇ ਭੇਜਿਆ ਹੈ। ਸਾਰੇ ਸਾਡੇ ਭਾਈ ਹਨ, ਸਾਰੇ ਹੀ ਸਾਡੇ ਸੰਗਤੀ ਰੂਪ ਵਿੱਚ ਸਤਿਕਾਰਯੋਗ ਭਾਈ ਭੈਣ ਹਨ। ਇੱਕ ਦੂਜੇ ਨਾਲ ਰਲ ਮਿਲ ਕੇ ਉਸ ਅਕਾਲ ਪੁਰਖ ਦੇ ਗੁਣ ਗਾਉਣੇ ਹਨ, ਪਿਆਰ ਦਾ ਸਬੂਤ ਵੱਧ ਤੋਂ ਵੱਧ ਦੇਣਾ ਹੈ, ਸਾਰਿਆਂ ਨੂੰ ਰਲ ਮਿਲ ਕੇ ਜੋ ਸੇਵਾ ਕਰਨ ਦਾ ਮਤਲਬ ਮੌਕਾ ਦੇਣਾ ਹੈ। ਸਰਬੱਤ ਸੰਗਤ ਵਿੱਚ ਅਕਾਲ ਪੁਰਖ ਵਾਹਿਗੁਰੂ ਜੀ ਆਪ ਵਸ ਰਹੇ ਹਨ। ਆਪ ਸਰਬੱਤ ਸੰਗਤ ਬਹੁਤ ਚੜ੍ਹਦੀ ਕਲਾ ਵਾਲੀ ਹੋ। ਭਾਈ ਸਾਹਿਬ ਭਾਈ ਰਾਜ ਕੁਮਾਰ ਜੀ ਨੇ ਸਾਰੇ ਹੀ ਵਰਲਡ ਵਿੱਚੋਂ ਜੋ ਆਪ ਰੱਬ ਰੂਪੀ ਸੰਗਤਾਂ ਨੂੰ ਚੁਣਿਆ ਹੈ, ਹੀਰੇ ਹੀ ਚੁਣੇ ਹਨ। ਜਿਸ ਤਰ੍ਹਾਂ ਹੰਸ ਹੀਰੇ ਚੁਗਦਾ ਹੈ ਨਾ, ਉਸ ਤਰ੍ਹਾਂ ਭਾਈ ਸਾਹਿਬ ਭਾਈ ਰਾਜ ਕੁਮਾਰ ਜੀ ਨੇ ਆਪ ਸਾਰੀਆਂ ਜੋ ਗੁਰਮੁਖ ਰਾਹਾਂ ਨੂੰ ਚੁਣਿਆ ਹੈ। ਆਪ ਸਾਰੇ ਗੁਰਮੁਖ ਚੜ੍ਹਦੀ ਕਲਾ ਵਾਲੇ ਹੋ, ਇੱਕ ਤੋਂ ਇੱਕ ਵੱਧ ਅਵਸਥਾ ਵਾਲੇ ਹੋ। ਜਦੋਂ ਸਾਨੂੰ ਉਸ ਅਕਾਲ ਪੁਰਖ ਦਾ ਭਉ ਆ ਜਾਂਦਾ ਹੈ ਨਾ ਸਾਡੇ ਅੰਦਰ, ਜਦੋਂ ਸਾਡੇ ਅੰਦਰ ਉਸ ਅਕਾਲ ਪੁਰਖ ਦਾ ਡਰ ਬਣਿਆ ਰਹਿੰਦਾ ਹੈ, ਜਦੋਂ ਇਹ ਸਾਡੇ ਅੰਦਰ ਪ੍ਰਤੀਤ ਹੋ ਜਾਂਦੀ ਹੈ ਕਿ ਅਕਾਲ ਪੁਰਖ ਵਾਹਿਗੁਰੂ ਜੀ ਸਾਨੂੰ ਦੇਖ ਰਹੇ ਹਨ, ਹਰ ਵੇਲੇ ਉਸ ਅਕਾਲ ਪੁਰਖ ਨੂੰ ਅੰਗ ਸੰਗ ਹੀ ਸਮਝਣਾ ਹੈ। ਜਦੋਂ ਵੀ ਸਿਮਰਨ ਕਰਨਾ ਹੈ, ਸੰਗਤ ਕਰਨੀ ਹੈ, ਜਾਂ ਦੁਨੀਆ ਵਿੱਚ ਵਿਚਰਨਾ ਹੈ ਦਿਨ ਸਮੇਂ ਆਪਣੇ ਧੰਦਿਆਂ ਵਿੱਚ, ਫਿਰ ਜਦੋਂ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਅੰਗ ਸੰਗ ਸਮਝਾਂਗੇ, ਫਿਰ ਅਸੀਂ ਕਿਸੇ ਦਾ ਮਾੜਾ ਨਹੀਂ ਸੋਚਾਂਗੇ, ਸਾਰਿਆਂ ਦਾ ਭਲਾ ਸੋਚਾਂਗੇ। ਜੇਕਰ ਸਾਰਿਆਂ ਦਾ ਭਲਾ ਸੋਚਾਂਗੇ ਫਿਰ ਸਾਡਾ ਭਲਾ ਵੀ ਉਸ ਵਿੱਚ ਆ ਜਾਏਗਾ। ਸਰਬੱਤ ਦਾ ਭਲਾ ਮੰਗਾਂਗੇ ਤਾਂ ਸਾਡਾ ਭਲਾ ਹੋਏਗਾ।
ਆਓ ਉਸ ਅਕਾਲ ਪੁਰਖ ਅੱਗੇ ਬੇਨਤੀ ਕਰੀਏ, ਸਹੀ ਪਿਆਰੇ ਮੇਲੋ, ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤੇ ਆਵੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ। ਪਠਾਨਕੋਟ। ਧੰਨਵਾਦ ਅਕਾਲ ਪੁਰਖ ਵਾਹਿਗੁਰੂ ਜੀ ਦਾ, ਜਿਨ੍ਹਾਂ ਨੇ ਦਾਸ ਨੂੰ ਸਮਾਂ ਬਖਸ਼ਿਆ ਆਪ ਸੰਗਤਾਂ ਦੇ ਦਰਸ਼ਨ ਕਰਨ ਦਾ। ਕੋਟਾਨਕੋਟ। ਧੰਨਵਾਦ ਆਪ ਪ੍ਰਭ ਰੂਪੀ ਸਾਧ ਸੰਗਤ ਜੀ ਦਾ, ਅਤੇ ਜਿਨ੍ਹਾਂ ਗੁਰਮੁਖ ਪਿਆਰਿਆਂ ਦੇ ਸੰਚਾਲਨ ਦੀ ਸੇਵਾ ਹੈ, ਜਿਨ੍ਹਾਂ ਨੇ ਦਾਸ ਨੂੰ ਸਮਾਂ ਬਖਸ਼ਿਆ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਦਾ। ਸੋ ਆਪ ਸਰਬੱਤ ਸੰਗਤ ਨੂੰ ਅਕਾਲ ਪੁਰਖ ਵਾਹਿਗੁਰੂ ਜੀ ਆਪਣੇ ਨਾਮ ਦੀ ਦਾਤ ਬਖਸ਼ਣ, ਵੱਧ ਤੋਂ ਵੱਧ ਸਾਧ ਸੰਗਤ ਬਖਸ਼ਣ, ਸਾਧ ਸੰਗਤ ਵਿੱਚ ਬੈਠ ਕੇ ਉਸ ਅਕਾਲ ਪੁਰਖ ਦੇ ਗੁਣ ਗਾਉਣ ਦਾ ਬਲ ਉਦਮ ਬਖਸ਼ਣ, ਬੱਚਿਆਂ ਨੂੰ ਬਲ ਉਦਮ ਬਖਸ਼ਣ, ਬੱਚਿਆਂ ਨੂੰ ਆਪਣੇ ਨਾਮ ਬਾਣੀ ਦੀ ਦਾਤ ਬਖਸ਼ਣ। ਸਰਬੱਤ ਦੇ ਕਾਰਜ ਵਾਹਿਗੁਰੂ ਜੀ ਆਪ ਹੀ ਸਵਾਰਦੇ ਹਨ, ਤਾਂ ਉਹਨਾਂ ਅਕਾਲ ਪੁਰਖ ਵਾਹਿਗੁਰੂ ਜੀ ਨੇ ਸਵਾਰਦੇ ਹੀ ਰਹਿਣਾ। ਸੋ ਆਓ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ੋ, ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ।